ਵੇਖਣ ਦੇ ਸੁਣਨ ਵਾਲੇ ਭਰਾਵਾਂ ਨੂੰ ਅਸਲਾਮ ਅਲੈਕੁਮ। ਸਾਡੇ ਚੈਨਲ ਦਾ ਨਾਮ ਹੈ ਸਾਲੇਪੁਰ ਗੋਟ ਫਾਰਮ। ਉਮੀਦ ਕਰਦਾ ਸਾਰੇ ਭਾਈ ਠੀਕ ਹੋਣਗੇ। ਅੱਛਾ ਦੋਸਤੋ, ਸਾਹਮਣੇ ਤੁਸੀਂ ਦੇਖ ਲਓ ਬੱਕਰੀਆਂ ਜਿਹੜੀਆਂ ਸਬਜ਼ ਚਾਰਾ ਖਾ ਰਹੀਆਂ ਵਾ, ਤੇ ਅੱਜ ਖੁਸ਼ਕ ਚਾਰਾ ਨਹੀਂ ਇਹਨਾਂ ਨੂੰ ਪਾਇਆ। ਉਹਦੀ ਵਜ੍ਹਾ ਮੈਂ ਤੁਹਾਨੂੰ ਦੱਸ ਦਿੰਦਾ ਕਿ ਖੁਸ਼ਕ ਚਾਰਾ ਕਿਉਂ ਨਹੀਂ ਪਾਇਆ। ਅੱਛਾ ਦੋਸਤੋ, ਤੁਹਾਨੂੰ ਪਤਾ ਵਾ ਸਾਡੇ ਇਲਾਕੇ ਵਿੱਚ ਜਿਹੜਾ ਵਾ ਚਾਰੇ ਦੀ ਬਹੁਤ ਜ਼ਿਆਦਾ ਕਮੀ ਆ। ਜਿਹੜਾ ਵੀ ਸਾਡਾ ਪਿੰਡ ਵਾ ਨਾ, ਸਾਡੇ ਪਿੰਡ ਦੇ ਲਾਗੇ ਤੱਕ ਜਿਹੜੇ ਪਿੰਡ ਵਾ ਉਹਨਾਂ ਵਿੱਚ, ਠੀਕ ਹੈ ਨਾ। ਅਤੇ ਉਹਦੀ ਵਜ੍ਹਾ ਇਹ ਹੈ ਕਿ ਸਾਡੇ ਜਿਹੜੀ ਨਾਲ ਗੰਦੀ ਨਹਿਰ ਵਾ ਨਾ, ਸੇਮ ਨਹਿਰ, ਉਹ ਸਾਡੇ ਜ਼ਮੀਨ ਜਿਹੜੀ ਸਾਡੀ ਜਿਹੜੀ ਜ਼ਮੀਨ ਆ, ਉਸ ਨਹਿਰ ਦਾ ਜਿਹੜਾ ਪਾਣੀ ਆ ਨਾ, ਉਹ ਜ਼ਮੀਨ ਦੇ ਲੈਵਲ ਤੋਂ ਵੀ ਉੱਪਰ ਆ। ਜਿਹੜਾ ਪਾਣੀ ਆ ਨਾ ਨਹਿਰ ਦਾ, ਉਹ ਜ਼ਮੀਨੀ ਲੈਵਲ ਤੋਂ ਵੀ ਉੱਪਰ ਵਾ, ਜਿਹਦੀ ਵਜ੍ਹਾ ਤੋਂ ਸਾਡੀਆਂ ਜਿਹੜੀਆਂ ਜ਼ਮੀਨਾਂ ਵਾ ਸੇਮ ਜ਼ਿਆਦਾ ਵਾ। ਉਹਨਾਂ ਵਿੱਚ ਅਗਰ ਪਾਣੀ ਖਲੋ ਜਾਵੇ ਤਾਂ ਪਾਣੀ ਸੁੱਕਦਾ ਨਹੀਂ ਗਾ। ਅਗਰ ਕੋਈ ਚੀਜ਼ ਉਹਨਾਂ ਵਿੱਚ ਬੀਜਦੀ ਹੈ ਤਾਂ ਉਹ ਸਹੀ ਤਰ੍ਹਾਂ ਉੱਗਦੀ ਨਹੀਂ ਗੀ। ਅਤੇ ਅਗਰ ਵੀ ਬੀਜੀ ਵੀ ਤਾਂ ਹੀ ਜਾਊਗੀ ਅਗਰ ਤਾਂ ਉਹ ਹੋਏਗੀ ਪੈਲੀ ਜਿਹੜੀ ਖੁਸ਼ਕ ਹੋਏਗੀ। ਅਤੇ ਸੇਮ ਦੀ ਵਜ੍ਹਾ ਸਾਡੀਆਂ ਪੈਲੀਆਂ ਜਿਹੜੀਆਂ ਖੁਸ਼ਕ ਨਹੀਂ ਹੋ ਰਹੀਆਂ। ਅਤੇ ਆਹ ਹੁਣ ਸਾਨੂੰ ਜਿਹੜੀ ਆ ਚਾਰਾ ਸਾਨੂੰ ਮਿਲਿਆ ਸੀਗਾ ਕਿਸੇ ਕੋਲੋਂ। ਅਸੀਂ ਹੁਣ ਇੱਕ ਕਨਾਲ ਜਿਹੜੀ ਆ ਨਾ ਬਰਸਾਂ ਦੀ ਅਸੀਂ ਮੁੱਲ ਲਈ ਆ, ਅਤੇ ਇਹ ਸਾਨੂੰ ਮਿਲੀ ਆ ਜੀ 32,000 ਰੁਪਏ ਦੀ। 32,000 ਰੁਪਏ ਦੀ ਸਾਨੂੰ ਕਨਾਲ ਜਿਹੜੀ ਪੱਠਿਆਂ ਦੀ ਮੁੱਲ ਲਈ ਅਸੀਂ। 32,000 ਰੁਪਏ ਦੀ ਸਾਨੂੰ ਪੈ ਗਈ ਇਹ। ਅਤੇ ਇਹ ਜਿੰਨੇ ਵੀ ਕੱਟ ਵਾ ਨਾ ਇਹਦੇ ਤਕਰੀਬਨ 4 ਲਾ ਲਓ, 5 6 7 8 ਜਿੰਨੇ ਵੀ ਇਹਦੇ ਕੱਟ ਹੋਏ, ਅਤੇ ਉਹ ਜਿਹੜੇ ਸਾਨੂੰ 32,000 ਰੁਪਏ ਦੇ ਵਿੱਚ ਟੋਟਲ ਮਿਲੇ ਆ। ਅਤੇ ਅਗਰ ਅਸੀਂ ਇਹ ਸੇਲ ਵੀ ਅਗਰ ਅਸੀਂ ਕਰੀਏ ਨਾ, ਮਿਸਾਲ ਦੇ ਤੌਰ 'ਤੇ ਟੋਟਲ ਕੱਟ ਜਿਹੜੇ ਆ 500 ਰੁਪਏ ਮਰਲੇ ਦੇ ਹਿਸਾਬ ਨਾਲ, ਅਤੇ ਇਹ ਜਿਹੜਾ ਸਾਨੂੰ ਇਨਸ਼ਾਅੱਲਾ ਪ੍ਰੋਫਿਟ ਦੇ ਕੇ ਜਾਏਗੀ। ਲੇਕਿਨ ਅਸੀਂ ਇਹ ਸੇਲ ਨਹੀਂ ਕਰਨੀ ਕਿਉਂਕਿ ਸਾਡੇ ਕੋਲ ਅਸੀਂ ਆਪਣੇ ਜਾਨਵਰਾਂ ਨੂੰ ਪਾਉਣੀ ਆ। ਹੁਣ ਇੱਕ ਟਾਈਮ ਅਸੀਂ ਜਿਹੜਾ ਵਾ ਸਬਜ਼ ਚਾਰਾ ਪਾਇਆ ਕਰਨਾ ਜਾਨਵਰਾਂ ਨੂੰ, ਅਤੇ ਇੱਕ ਟਾਈਮ ਅਸੀਂ ਖੁਸ਼ਕ ਚਾਰਾ ਪਾਇਆ ਕਰਨਾ। ਉਹਦੀ ਮੈਂ ਤੁਹਾਨੂੰ ਵਜ੍ਹਾ ਵੀ ਦੱਸ ਦੇਣਾ ਵਾ ਕਿ ਕਿਉਂ ਪਾਇਆ ਕਰਨਾ। ਅਗਰ ਵੀਰਾਂ ਕੋਲ ਸਬਜ਼ ਚਾਰਾ ਹੈਗਾ, ਖੁਸ਼ਕ ਵੀ ਹੈਗਾ, ਅਤੇ ਉਹ ਆਪਣੇ ਜਾਨਵਰਾਂ ਨੂੰ ਜਿਹੜਾ ਤੁਹਾਨੂੰ ਈਜ਼ੀਲੀ ਤੁਹਾਡੇ ਕੋਲ ਹੈਗਾ ਨਾ, ਤੁਸੀਂ ਉਹ ਦੇ ਸਕਦੇ ਹੋ। ਹੁਣ ਸਾਡੇ ਕੋਲ ਤਕਰੀਬਨ ਦੋਵੇਂ ਹੀ ਆ, ਖੁਸ਼ਕ ਵੀ ਆ, ਸਬਜ਼ ਵੀ ਆ। ਅਤੇ ਸਬਜ਼ ਅਸੀਂ ਹੁਣ ਇੱਕ ਟਾਈਮ ਸਬਜ਼ ਦਿਆ ਕਰਨਾ ਵਾ ਸੁਬਾਹ ਦੇ ਟਾਈਮ, ਤਕਰੀਬਨ ਹੁਣ 10 10:30 ਦਾ ਟਾਈਮ ਹੋਣਾ ਵਾ। ਅਤੇ ਬੱਕਰੀਆਂ ਹੁਣ ਚਾਰਾ ਵਗੈਰਾ ਖਾ ਰਹੀਆਂ ਆਪਣਾ। ਅਤੇ ਹੁਣ ਮੈਂ ਤੁਹਾਨੂੰ ਦੱਸਦਾ ਵਾਂ ਕਿ ਵਜ੍ਹਾ ਕੀ ਆ ਸਬਜ਼ ਚਾਰਾ ਦੇਣ ਦੀ ਅਤੇ ਖੁਸ਼ਕ ਚਾਰਾ ਦੇਣ ਦੀ। ਵੀਰੋ ਹੁਣ ਜਦੋਂ ਸਬਜ਼ ਚਾਰਾ ਅਸੀਂ ਜਾਨਵਰਾਂ ਨੂੰ ਦੇਣਾ ਨਾ ਆਪਣਿਆਂ ਨੂੰ, ਅਤੇ ਇਹਨਾਂ ਨੂੰ ਹੁਣ ਅਸੀਂ ਬਾਹਰ ਕੱਢ ਕੇ ਸਬਜ਼ ਚਾਰਾ ਦੇਣਾ ਵਾ। ਅਤੇ ਜਿਹੜਾ ਵੀ ਤੁਹਾਨੂੰ ਪਤਾ ਵਾ ਸਬਜ਼ ਚਾਰਾ ਖਾ ਕੇ ਜਾਨਵਰ ਪਿਸ਼ਾਬ ਵਗੈਰਾ ਬਹੁਤ ਜ਼ਿਆਦਾ ਕਰਦਾ, ਠੀਕ ਆ। ਅਤੇ ਇਸ ਕਰਕੇ ਜਿਹੜਾ ਪਿਸ਼ਾਬ ਵਗੈਰਾ ਇਹਨਾਂ ਨੇ ਕਰਨਾ ਹੋਇਆ, ਇਹਨਾਂ ਨੇ ਇੱਥੇ ਬਾਹਰ ਹੀ ਘਰ ਖੋਲ੍ਹ ਲੈਣਾ ਵਾ ਸਬਜ਼ ਚਾਰਾ ਖਾ ਕੇ, ਠੀਕ ਹੋ ਗਿਆ। ਉਸ ਤੋਂ ਬਾਅਦ ਸ਼ਾਮ ਨੂੰ ਅਸੀਂ ਜਾਨਵਰਾਂ ਨੂੰ ਦੇਣਾ ਵਾ ਖੁਸ਼ਕ ਚਾਰਾ। ਖੁਸ਼ਕ ਚਾਰਾ ਖਾ ਕੇ ਜਾਨਵਰ ਪਿਸ਼ਾਬ ਨਹੀਂ ਕਰਦਾ ਜ਼ਿਆਦਾ, ਬਹੁਤ ਘੱਟ ਵਾ। ਸ਼ਾਮ ਨੂੰ ਖੁਸ਼ਕ ਚਾਰਾ ਖਾਣ ਤੋਂ ਬਾਅਦ ਅਸੀਂ ਬੱਕਰੀਆਂ ਆਪਣੇ ਸ਼ੈੱਡ ਦੇ ਵਿੱਚ ਬੰਦ ਕਰ ਦੇ ਦੀਆਂ, ਠੀਕ ਹੋ ਗਿਆ। ਉਹਦੀ ਵਜ੍ਹਾ ਕਿਉਂਕਿ ਜਦੋਂ ਖੁਸ਼ਕ ਚਾਰਾ ਖਾ ਕੇ ਬੱਕਰੀਆਂ ਸ਼ੈੱਡ ਵਿੱਚ ਜਾਣਗੀਆਂ ਅਤੇ ਪਿਸ਼ਾਬ ਵਗੈਰਾ ਨਹੀਂ ਕਰਨਗੀਆਂ, ਜਿਹੜੀ ਜਗ੍ਹਾ ਵਾ ਉਹ ਖੁਸ਼ਕ ਰਹੇਗੀ। ਬੱਕਰੀਆਂ ਜਿਹੜੀਆਂ ਨਾ ਈਜ਼ੀਲੀ ਉੱਥੇ ਬਹਿਣਗੀਆਂ, ਆਪਣਾ ਰੈਸਟ ਕਰਨਗੀਆਂ, ਉਹਨਾਂ ਕੋਲ ਜ਼ਿਆਦਾ ਮਸਲਾ ਵਗੈਰਾ ਨਹੀਂ ਹੋਏਗਾ। ਨਹੀਂ ਤਾਂ ਇੱਕ ਦਿਨ ਕੀ ਹੋਇਆ, ਮੈਂ ਸਬਜ਼ ਚਾਰਾ ਇਹਨਾਂ ਨੂੰ ਖੁਸ਼ਕ ਚਾਰਾ ਖਿਲਾਇਆ, ਉੱਤੋਂ ਇਹਨਾਂ ਨੂੰ ਮੈਂ ਸ਼ੀਰੇ ਵਾਲਾ ਪਾਣੀ ਜਿਹੜਾ ਚੰਗਾ ਰੱਜ ਕੇ ਪਿਲਾਇਆ, ਠੀਕ ਹੋ ਗਿਆ ਨਾ। ਕਿਉਂਕਿ ਬਾਲਟੀ ਅੱਗੇ ਮੈਂ ਅੱਧੀ ਬਾਲਟੀ ਇਹਨਾਂ ਨੂੰ ਪਾਣੀ ਪਿਲਾਉਂਦਾ ਹੁੰਦਾ ਸਾਰਿਆਂ ਨੂੰ, ਸਾਰੀ ਦਿਹਾੜੀ 'ਚ ਕਹਿ ਲਓ, ਸਾਰੀ ਦਿਹਾੜੀ 'ਚ ਨਾ ਇਹਨਾਂ ਨੂੰ ਮੈਂ 1 ਬਾਲਟੀ ਪਾਣੀ ਦੀ ਪਿਲਾਉਂਦਾ ਵਾਂ। ਲੇਕਿਨ ਉੱਧਰ ਮੈਂ ਸਾਰੀ ਦਿਹਾੜੀ 'ਚ 2 ਬਾਲਟੀਆਂ ਪਾਣੀ ਦੀਆਂ ਪਿਲਾਤੀਆਂ ਜਾਨਵਰਾਂ ਨੂੰ। ਅਤੇ ਉਹਦਾ ਮੈਨੂੰ ਨੁਕਸਾਨ ਕੀ ਹੋਇਆ, ਮੈਂ ਥੱਲੇ ਜਿਹੜੀ ਸੁੱਕ ਪਾਈ ਸੀ ਨਾ, ਅਤੇ ਉਹ ਜਦੋਂ ਮੈਂ ਅੰਦਰ ਬੰਦ ਕੀਤੀਆਂ, ਤਾਂ ਜਦੋਂ ਮੈਂ ਸੁਬਾਹ ਨੂੰ ਆ ਕੇ ਬਾਹਰ ਕੱਢਣ ਲੱਗਾ, ਸੁੱਕ ਸਾਰੀ ਗਿੱਲੀ ਸੀਗੀ, ਟੋਟਲ ਗਿੱਲੀ ਸੀਗੀ। ਪਿਸ਼ਾਬ ਇੱਦਾਂ ਬਾਹਰ ਨੂੰ, ਜਿਵੇਂ ਤੁਹਾਨੂੰ ਉਹ ਨਜ਼ਰ ਆ ਰਿਹਾ ਹੋਣਾ ਥੋੜ੍ਹਾ ਜਿਹਾ, ਇੱਦਾਂ ਤੁਰਿਆ ਆਵੇ ਬਾਹਰ ਨੂੰ ਪਿਸ਼ਾਬ ਇੱਥੋਂ। ਅਤੇ ਬੱਕਰੀਆਂ ਥੱਲੇ ਸਾਰਾ ਗਿੱਲਾ। ਬੱਕਰੀਆਂ ਜਿਹੜੀਆਂ ਨਾ ਕਹਿ ਲਓ ਕਿ ਤਕਰੀਬਨ ਤੁਸੀਂ ਲਾ ਲਓ ਕਿ 12-1 ਵਜੇ ਤੋਂ ਬਾਅਦ ਤਕਰੀਬਨ ਬੱਕਰੀਆਂ ਸ਼ਾਇਦ ਨਾ ਬੈਠੀਆਂ ਹੋਣ। ਸ਼ਾਇਦ ਵਾਲੀ ਗੱਲ ਮੈਂ ਕਹਿ ਸਕਦਾ ਵਾਂ, ਲੇਕਿਨ ਮੈਂ ਜਿਹੜਾ ਵਾ ਉੱਪਰ ਆ ਕੇ ਦੁਬਾਰਾ ਦੇਖਿਆ ਨਹੀਂ ਸੀ। ਹਾਂਜੀ ਦੋਸਤੋ, ਆਹ ਦੇਖ ਲਓ, ਹੁਣ ਆ ਵੀ ਖਾ ਰਹੇ ਨੇ ਸਬਜ਼ ਚਾਰਾ, ਛੋਟੇ ਵੀ ਅਤੇ ਵੱਡੇ ਵੀ। ਹੁਣ ਇਹ ਤੁਸੀਂ ਦੇਖ ਲਓ, ਇਹ ਤਕਰੀਬਨ 2 ਦਿਨ ਹੋ ਗਏ ਮੈਨੂੰ ਥੱਲੇ ਸੁੱਕ ਪਾਈ ਨੂੰ, ਤਕਰੀਬਨ 2 ਦਿਨ। ਅਤੇ 2 ਦਿਨਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਇਹਨਾਂ ਨੇ ਗਿੱਲਾ ਕੀਤਾ। ਇਹ ਤੁਸੀਂ ਚੈੱਕ ਕਰ ਸਕਦੇ ਹੋ, ਤੁਹਾਨੂੰ ਸਾਰੀ ਦਿਖਾ ਦਿੰਦਾ ਵਾਂ। ਇਹ ਜਿਹੜੀ ਤਕਰੀਬਨ ਸਾਰੀ ਖੁਸ਼ਕ ਹੀ ਪਈ ਆ। 2 ਦਿਨ ਬੱਕਰੀਆਂ ਇੱਥੇ ਸਕੂਨ ਨਾਲ ਬੈਠੀਆਂ, ਅਤੇ ਮੈਂ ਇਹਨਾਂ ਨੂੰ ਪਾਣੀ ਵੀ ਜ਼ਿਆਦਾ ਨਹੀਂ ਪਿਲਾਇਆ। ਪਾਣੀ ਇਹਨਾਂ ਨੂੰ ਇੰਨਾ ਕੁ ਪਿਲਾਇਆ ਵਾ ਵੀ ਜਿਹੜੀ ਇਹਨਾਂ ਦੀ ਖੁਰਾਕ ਵਗੈਰਾ ਵਾ ਨਾ, ਉਹ ਅੱਛੀ ਤਰ੍ਹਾਂ ਜਿਹੜੀ ਹਜ਼ਮ ਕਰ ਲੈਣ, ਅਤੇ ਜ਼ਿਆਦਾ ਪਾਣੀ ਨਾ ਪੀਣ। ਆ ਹੁਣ ਸਬਜ਼ ਚਾਰਾ ਖਾ ਰਹੇ ਆ। ਸਬਜ਼ ਚਾਰਾ ਤੁਹਾਨੂੰ ਪਤਾ ਵਾ ਜਿਹੜਾ ਬਰਸੀਮ ਆ,
ਜਿਹਨੂੰ ਆਪਾਂ ਬਰਸਨ ਵੀ ਕਹਿੰਦੇ ਹਾਂ, ਸਟੱਲ ਵੀ ਕਹਿੰਦੇ ਹਾਂ। ਅਤੇ ਉਹ ਤੁਹਾਨੂੰ ਪਤਾ ਵਿੱਚ ਪਾਣੀ ਦੀ ਮਿਕਦਾਰ ਜਿਹੜੀ ਬਹੁਤ ਜ਼ਿਆਦਾ ਹੁੰਦੀ ਆ। ਅਤੇ ਇਹ ਹੁਣ ਖਾ ਕੇ ਬੱਕਰੀਆਂ ਪਿਸ਼ਾਬ ਵਗੈਰਾ ਵੀ ਕਰਨਗੀਆਂ ਰੱਜ ਕੇ, ਸੋਰੀ ਰੱਜ ਕੇ ਕਹਿ ਤਾ ਵੀ ਖੁੱਲ੍ਹਾ ਪਿਸ਼ਾਬ ਕਰਨਗੀਆਂ। ਅਤੇ ਪਿਸ਼ਾਬ ਕਰਨ ਤੋਂ ਬਾਅਦ ਫਿਰ ਤੁਹਾਨੂੰ ਪਤਾ ਇੱਥੇ ਥੱਲੇ ਜਗ੍ਹਾ ਜਿਹੜੀ ਆ ਗਿੱਲੀ ਹੋ ਹੀ ਜਾਣੀ ਆ, ਉਹ ਵੀ ਤੁਹਾਨੂੰ ਪਤਾ ਲੱਗ ਹੀ ਜਾਣਾ। ਅਤੇ ਬਾਕੀ ਹੁਣ ਇੱਕ ਟਾਈਮ ਇਹਨਾਂ ਨੂੰ ਆਪਾਂ ਪਾਇਆ ਕਰਨਾ ਵਾ ਸਬਜ਼ ਅਤੇ ਇੱਕ ਟਾਈਮ ਪਾਇਆ ਕਰਨਾ ਖੁਸ਼ਕ। ਅਤੇ ਮੈਂ ਵੀਡੀਓ ਇਸ ਤੋਂ ਬਣਾ ਰਿਹਾ ਵਾਂ ਕਿ ਸਾਰੇ ਦੋਸਤਾਂ ਨੂੰ ਪਤਾ ਲੱਗ ਜਾਵੇ ਕਿ ਖੁਰਾਕ 'ਤੇ ਜਿਹੜੀ ਵੀਡੀਓ ਆ ਹੁਣ ਵੀ ਮੈਂ ਜਿਹੜੀ ਖੁਰਾਕ ਦੀ ਚੇਂਜਿੰਗ ਕੀਤੀ ਆ, ਵੀ ਖੁਰਾਕ ਦੀ ਜਿਹੜੀ ਚੇਂਜਿੰਗ ਮੈਂ ਕਰ ਰਿਹਾ ਵਾਂ ਅਤੇ ਸਾਰੇ ਭਰਾਵਾਂ ਨੂੰ ਮੈਂ ਦੱਸਾਂ। ਅਤੇ ਕਿਉਂਕਿ ਮੈਂ ਹੁਣ ਵੀਡੀਓ ਵਿੱਚ ਮੈਂ ਦੱਸ ਭਾਈ ਮੈਂ ਖੁਸ਼ਕ ਪਾ ਰਿਹਾ ਵਾਂ ਅਤੇ ਘਰ ਮੈਂ ਪਾਈ ਜਾਵਾਂ ਸਬਜ਼, ਉਹ ਤਾਂ ਗੱਲ ਠੀਕ ਨਹੀਂ ਨਾ ਹੈਗੀ। ਹੁਣ ਜੋ ਮੈਂ ਪ੍ਰੈਕਟੀਕਲ ਕਰ ਰਿਹਾ ਵਾਂ ਮੈਂ ਵੀਰਾਂ ਤੱਕ ਪਹੁੰਚਾਉਣਾ, ਉਹ ਜਿੰਨੇ ਵੀ ਮੇਰੇ ਦੋਸਤ ਵੇਖ ਰਹੇ ਆ ਨਾ ਮੈਨੂੰ, ਉਹਨਾਂ ਤੱਕ ਮੈਂ ਇਹ ਗੱਲ ਪਹੁੰਚਾਉਣੀ ਆ, ਤਾਂ ਕਿ ਉਹਨਾਂ ਦੇ ਦਿਲ 'ਚ ਕੋਈ ਜਾਂ ਜੇ ਕੋਈ ਸ਼ੱਕ ਸ਼ੁਕ ਨਾ ਰਵੇ ਭਾਈ ਇਹ ਖੁਦ ਕੀ ਕਰ ਰਿਹਾ ਅਤੇ ਅਸੀਂ ਕੀ ਕਰ ਰਹੇ ਹਾਂ, ਵੀ ਸਾਨੂੰ ਇਹਨੇ ਕਿਹੜੀ ਪੱਟੀ 'ਤੇ ਲਾਇਆ ਅਤੇ ਆਪ ਕਿਹੜੀ ਪੱਟੀ 'ਤੇ ਲੱਗਾ। ਇਸ ਕਰਕੇ ਮੈਂ ਸਾਰੇ ਵੀਰਾਂ ਨੂੰ ਦੱਸ ਰਿਹਾ ਵਾਂ। ਹੁਣ ਮੈਂ ਸਿਰਫ ਤੁਹਾਨੂੰ ਇੰਨੀ ਗੱਲ ਦੱਸ ਦੇਣਾ ਚਾਹੁੰਦਾ ਵਾਂ, ਸਾਡੇ ਕੋਲ ਜ਼ਮੀਨ ਵਗੈਰਾ ਆਪਣੀ ਹੈਗੀ ਆ ਅਤੇ ਅਸੀਂ ਉੱਥੇ ਚਾਰਾ ਕਾਸ਼ਤ ਕਰਨਾ ਸੀ, ਠੀਕ ਹੈ ਨਾ। ਲੇਕਿਨ ਸਾਡਾ ਉੱਥੇ ਚਾਰਾ ਕਾਸ਼ਤ ਨਹੀਂ ਹੋਇਆ। ਉਹਦੀ ਮੈਂ ਤੁਹਾਨੂੰ ਵਜ੍ਹਾ ਵੀ ਦੱਸੀ ਆ ਕਿ ਜਿਹੜੀਆਂ ਸਾਡੀਆਂ ਪੈਲੀਆਂ ਨੇ ਨਾ, ਖੇਤ ਸਾਡੇ ਉੱਥੋਂ ਪਾਣੀ ਖੁਸ਼ਕ ਨਹੀਂ ਹੁੰਦਾ। ਹੁਣ ਪੈਲੀ ਖੁਸ਼ਕ ਹੋਏਗੀ, ਵੱਤਰ ਆਏਗੀ, ਅਸੀਂ ਇਹਨੂੰ ਪੈਲੀ ਨੂੰ ਵਾਹਵਾਂਗੇ, ਵਾਹ ਕੇ ਅਤੇ ਫਿਰ ਉੱਥੇ ਅਸੀਂ ਚਾਰਾ ਵਗੈਰਾ ਕਾਸ਼ਤ ਕਰਾਂਗੇ। ਲੇਕਿਨ ਜਦੋਂ ਸਾਡੀ ਪੈਲੀ ਖੁਸ਼ਕ ਹੋਣ ਲੱਗਦੀ ਸੀ, ਕੋਈ ਨਾ ਕੋਈ ਪਾਣੀ ਫਿਰ ਸਾਡੀ ਪੈਲੀ 'ਚ ਪਾ ਦਿੰਦਾ ਸੀ, ਅਤੇ ਜਿਹਦੀ ਵਜ੍ਹਾ ਤੋਂ ਸਾਡੀਆਂ ਜਿਹੜੀਆਂ ਪੈਲੀਆਂ ਸੀ ਉਹ ਖੁਸ਼ਕ ਨਹੀਂ ਹੋਈਆਂ ਅਤੇ ਅਸੀਂ ਚਾਰਾ ਨਹੀਂ ਬੀਜ ਸਕੇ, ਅਤੇ ਜਿਹਦੀ ਵਜ੍ਹਾ ਸਾਨੂੰ ਹੁਣ ਚਾਰਾ ਜਿਹੜਾ ਵਾ ਮੁੱਲ ਲੈਣਾ ਪਿਆ। ਇਨਸ਼ਾਅੱਲਾ ਹੁਣ ਅਗਲੀ ਦਫਾ ਜਦੋਂ ਅਸੀਂ ਚਾਰਾ ਕਾਸ਼ਤ ਕਰਾਂਗੇ, ਉਹ ਅਸੀਂ ਇਸ ਹਿਸਾਬ ਨਾਲ ਚਾਰਾ ਕਾਸ਼ਤ ਕਰਾਂਗੇ ਵੀ ਸਾਡੇ ਜਿੰਨੇ ਕੋ ਸਾਡੇ ਜਾਨਵਰ ਹੋਏ ਅਸੀਂ ਉਹ ਜਾਨਵਰਾਂ ਵਾਸਤੇ ਚਾਰਾ ਕਾਸ਼ਤ ਕਰਨਾ ਵਾ, ਅਤੇ ਉਸ ਤੋਂ ਇਲਾਵਾ ਅਸੀਂ ਇਜ਼ਾਫੀ ਚਾਰਾ ਜਿਹੜਾ ਕਾਸ਼ਤ ਕਰਨਾ ਵਾ, ਤਾਂ ਕਿ ਅਸੀਂ ਜਿਹੜਾ ਵਾ ਚਾਰਾ ਸੇਲ ਵੀ ਕਰੀਏ ਥੋੜ੍ਹਾ ਬਹੁਤ, ਠੀਕ ਆ, ਅਤੇ ਬਾਕੀ ਅਸੀਂ ਆਪਣੇ ਜਾਨਵਰਾਂ ਨੂੰ ਵੀ ਜਿਹੜਾ ਵਾ ਚਾਰਾ ਦਈਏ। ਉਹਦੀ ਹੁਣ ਤੁਹਾਨੂੰ ਵਜ੍ਹਾ ਵੀ ਦੱਸ ਦਿੰਦਾ। ਹੁਣ ਕਿਉਂਕਿ ਅਸੀਂ ਸਾਡੇ ਕੋਲ ਜਗ੍ਹਾ ਅਗਰ ਮਿਸਾਲ ਤੋਂ ਸਾਡੇ ਕੋਲ 1.25 ਕਿੱਲਾ ਹੈਗੀ ਤਕਰੀਬਨ ਜ਼ਮੀਨ ਹੈ ਨਾ, ਜਿਹੜੀ 1.25 ਕਿੱਲਾ ਹੈ ਸਾਡੇ ਕੋਲ ਘਰ ਵਾਲੀ ਜਿਹੜੀ ਜ਼ਮੀਨ ਆ, ਅਤੇ ਉਹਦੇ ਵਿੱਚੋਂ ਉਹਦੀ ਹੁਣ ਟੋਟਲ ਵਾਈ ਜਿਹੜੀ ਆ ਮੇਰੇ ਵਾਲ ਸਾਹਿਬ ਕਰਦੇ ਆ। ਅਤੇ ਹੁਣ ਜਿਹੜਾ ਅਸੀਂ ਚਾਰਾ ਕਾਸ਼ਤ ਕਰਾਂਗੇ ਆਪਣੇ ਜਾਨਵਰਾਂ ਜੋਗਾ ਸਾਡਾ ਜਿਹੜਾ ਖਰਚਾ ਪਾਣੀ ਆ ਨਾ, ਜਿੰਨਾ ਵੀ ਟੋਟਲ ਸਾਡਾ ਜਿਹੜਾ ਚਾਰੇ 'ਤੇ ਖਰਚਾ ਆਇਆ ਹੋਣਾ ਸਾਡਾ ਉਹ ਵੀ ਨਿਕਲ ਆਉਣਾ, ਸਾਨੂੰ ਪ੍ਰੋਫਿਟ ਵੀ ਆ ਜਾਣਾ ਜਾਨਵਰਾਂ ਦੇ ਚਾਰੇ ਵਿੱਚੋਂ ਵੀ, ਅਤੇ ਜਿਹੜਾ ਅਸੀਂ ਚਾਰਾ ਇਜ਼ਾਫੀ ਕਾਸ਼ਤ ਕਰਾਂਗੇ ਵੇਚਣ ਵਾਸਤੇ ਉਹਦੇ ਵਿੱਚੋਂ ਵੀ ਸਾਡਾ ਜਿੰਨਾ ਵੀ ਖਰਚਾ ਹੋਇਆ ਟੋਟਲ ਸਾਡਾ ਉਹ ਵੀ ਬਚ ਜਾਣਾ ਵਾ, ਅਤੇ ਸਾਨੂੰ ਪ੍ਰੋਫਿਟ ਵੀ ਆ ਜਾਣਾ ਵਾ। ਉਹ ਅਸੀਂ ਘਰ ਵੀ ਇਸਤੇਮਾਲ ਕਰ ਸਕਦੇ ਹਾਂ, ਅਸੀਂ ਆਪਣੇ ਜਾਨਵਰਾਂ 'ਤੇ ਵੀ ਲਾ ਸਕਦੇ ਹਾਂ। ਬਾਕੀ ਵੀਡੀਓ ਬਣਾਉਣ ਦਾ ਮਕਸਦ ਇਹ ਸੀਗਾ ਕਿ ਸਾਰੇ ਭਰਾਵਾਂ ਨੂੰ ਦੱਸਿਆ ਜਾਵੇ ਕਿ ਮੈਂ ਹੁਣ ਆਪਣੀ ਰੂਟੀਨ ਕਿਹੜੀ ਚੇਂਜ ਕੀਤੀ ਆ, ਕੀ ਅਸੀਂ ਕੰਮ ਹੁਣ ਸ਼ੁਰੂ ਕੀਤਾ। ਹੁਣ ਇਨਸ਼ਾਅੱਲਾ ਹੁਣ ਅਗਲੀ ਵੀਡੀਓ ਚਾਰੇ 'ਤੇ ਜਾ ਕੇ ਆਪਾਂ ਬਣਾਵਾਂਗੇ ਵੀ ਅਸੀਂ ਚਾਰਾ ਕਿਹੜੀ ਜਗ੍ਹਾ ਤੋਂ ਲਿਆ ਵਾ, ਕਿੱਥੋਂ ਲਿਆ ਵਾ, ਸਾਨੂੰ ਕਿੰਨੇ ਦਾ ਮਿਲਿਆ ਵੀ ਤੁਹਾਨੂੰ ਦੱਸਤਾ ਸਾਨੂੰ ਕਿੰਨੇ ਦਾ ਮਿਲਿਆ, ਠੀਕ ਹੈ ਨਾ। ਫਿਰ ਸੁਣ ਲਓ ਸਾਨੂੰ 32,000 ਰੁਪਏ ਦੀ ਕਨਾਲ ਮਿਲੀ ਚਾਰੇ ਦੀ ਤਕਰੀਬਨ ਟੋਟਲ ਕੱਟ, ਠੀਕ ਹੈ ਨਾ। ਮਾਰਚ ਅਪ੍ਰੈਲ ਤੱਕ ਜਿੰਨੇ ਵੀ ਕੱਟ ਹੋਏ ਨਾ ਤਕਰੀਬਨ ਇਹਦੇ, ਅਤੇ ਉਹ ਅਸੀਂ ਟੋਟਲ ਲਏ ਆ, ਮਾਰਚ ਅਪ੍ਰੈਲ ਲਾ ਲਓ, ਮਈ ਲਾ ਲਓ, ਜਿੱਥੇ ਤੱਕ ਵੀ ਚੱਲਿਆ ਚਾਰਾ, ਉਹ ਟੋਟਲ ਕੱਟ ਸਾਨੂੰ ਹੁਣ ਜਿਹੜੇ ਮਿਲੇ ਆ 32,000 ਰੁਪਏ ਦੇ। ਉਮੀਦ ਆ ਭਰਾਵਾਂ ਨੂੰ ਵੀਡੀਓ ਪਸੰਦ ਆਈ ਹੋਏਗੀ, ਅਤੇ ਅਗਰ ਵੀਡੀਓ ਪਸੰਦ ਆਈ ਹੈ ਤਾਂ ਆਪਣੇ ਦੋਸਤਾਂ ਭਰਾਵਾਂ ਨਾਲ ਸ਼ੇਅਰ ਵੀ ਕਰੋ ਜ਼ਿਆਦਾ ਤੋਂ ਜ਼ਿਆਦਾ। ਅਤੇ ਵੀਡੀਓ ਬਣਾਉਣ ਦਾ ਮਕਸਦ ਇਹ ਸੀਗਾ ਕਿ ਤੁਹਾਨੂੰ ਵੀ ਦੱਸਿਆ ਜਾਵੇ, ਕਿਉਂਕਿ ਹੁਣ ਮੈਂ ਖੁਰਾਕ 'ਤੇ ਵੀਡੀਓ ਬਣਾਈ ਆ ਖੁਸ਼ਕ ਦੀ, ਪਹਿਲਾਂ ਜਿਹੜੀ ਆ ਪਹਿਲਾਂ ਮੈਂ ਖੁਰਾਕ 'ਤੇ ਵੀਡੀਓ ਬਣਾਈ ਹੈ ਖੁਸ਼ਕ ਚਾਰੇ ਦੀ, ਠੀਕ ਹੈ ਨਾ। ਅਤੇ ਹੁਣ ਜਿਹੜੀ ਮੈਂ ਚੇਂਜ ਕੀਤੀ ਹੈ ਰੂਟੀਨ, ਉਹ ਇੱਕ ਟਾਈਮ ਖੁਸ਼ਕ ਹੀ ਚੱਲੇਗਾ, ਖੁਰਾਕ ਮੈਂ ਆਪਣੀ ਚੇਂਜ ਨਹੀਂ ਕਰਾਂਗਾ। ਹੁਣ ਤੁਸੀਂ ਇਹ ਚਾਰੇ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਮੈਂ ਕੀ ਐਡ ਕੀਤਾ ਹੋਇਆ, ਇਹ ਤੁਸੀਂ ਚੈੱਕ ਕਰੋ, ਇਹ ਤੁਹਾਨੂੰ ਨਜ਼ਰ ਆ ਰਿਹਾ ਨਾ, ਇਹ ਦੇਖ ਲਓ ਇਹਦੇ ਵਿੱਚ ਕੀ ਆ, ਤੂੜੀ ਆ, ਇਹ ਵੀ ਮੈਂ ਨਾਲ ਐਡ ਕੀਤੀ ਆ, ਠੀਕ ਹੈ ਨਾ, ਇਹ ਵੀ ਮੈਂ ਨਾਲ ਐਡ ਕੀਤੀ ਆ ਤਾਂ ਕਿ ਜਾਨਵਰ ਜਿਹੜਾ ਵਾ ਨਾ ਪਾਣੀ ਵੀ ਪੀ ਪੂ ਲਵੇ, ਕਿਉਂਕਿ ਤੂੜੀ ਜਿਹੜੀ ਖੁਸ਼ਕ ਹੁੰਦੀ ਆ, ਇਹਨੇ ਜਿਹੜਾ ਬਰਸੀਨ ਦਾ ਪਾਣੀ ਵੀ ਆਪਣਾ ਜਜ਼ਬ ਕਰ ਲੈਣਾ ਵਾ, ਅਤੇ ਪਿਸ਼ਾਬ ਜਾਨਵਰ ਨੇ ਇਹਦੀ ਵਿੱਚ ਵੀ ਬਹੁਤ ਜ਼ਿਆਦਾ ਘੱਟ ਕਰਨਾ। ਜਿੰਨੇ ਤਾਂ ਅਗਰ ਇਕੱਲਾ ਜਿਹੜਾ ਅਸੀਂ ਬਰਸੀਨ ਪਾਈਏ ਤਾਂ ਫਿਰ ਜਾਨਵਰ ਪਿਸ਼ਾਬ ਜ਼ਿਆਦਾ ਕਰਦਾ ਵਾ, ਜਗ੍ਹਾ ਬਹੁਤ ਜ਼ਿਆਦਾ ਗਿੱਲੀ ਹੁੰਦੀ ਹੈ, ਜਾਨਵਰ ਇੱਥੇ ਵੀ ਨਹੀਂ ਬਹਿ ਸਕਦਾ। ਤੁਹਾਨੂੰ ਪਤਾ ਹੁਣ ਛੱਤ ਜਿਹੜੀ ਹੁਣ ਪੱਕੀ ਹੈਗੀ ਆ, ਅਤੇ ਇੱਥੇ ਪਿਸ਼ਾਬ ਵਗੈਰਾ ਛੇਤੀ ਖੁਸ਼ਕ ਨਹੀਂ ਹੁੰਦਾ। ਬਾਕੀ ਮਿਲਦੇ ਹਾਂ ਇੰਸ਼ਾਅੱਲਾ ਅਗਲੀ ਵੀਡੀਓ 'ਚ, ਦੁਆਵਾਂ 'ਚ ਯਾਦ ਰੱਖਿਓ। ਅੱਲਾ ਹਾਫਿਜ਼।